ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਤੁਸੀਂ ਰੋਜ਼ ਵੇਖਦੇ ਹੋ। ਤੇ ਸੱਚ ਜਾਣਿਓ, ਜੇਕਰ ਤੁਸੀਂ ਸਿੱਖ ਇਤਿਹਾਸ ਨੂੰ ਵੇਖੋ ਤੇ ਸਿੱਖ ਇਤਿਹਾਸ ਦੇ ਵਿੱਚ ਤੁਹਾਨੂੰ ਕੁਝ ਵਿਲੱਖਣਤਾਵਾਂ ਨਜ਼ਰ ਆਉਣਗੀਆਂ। ਛੇਵੇਂ ਪਾਤਸ਼ਾਹ ਦੇ ਸਥਾਨ ਦੇ ਉੱਪਰ ਬੈਠੇ ਆ, ਜਿਨ੍ਹਾਂ ਮੈਦਾਨੇ ਜੰਗ ਦੇ ਵਿੱਚ ਜੂਝਣਾ ਆਰੰਭ ਕੀਤਾ। ਤੁਸੀਂ ਛੇਵੇਂ ਪਾਤਸ਼ਾਹ ਤੋਂ ਲੈ ਕੇ ਸਿੱਖ ਰਾਜ ਦੇ ਜਾਣ ਤੱਕ ਮੈਨੂੰ ਇੱਕ ਵੀ ਉਦਾਹਰਣ ਐਸੀ ਨਹੀਂ ਦੇ ਸਕਦੇ ਕਿ ਸਿੱਖਾਂ ਨੇ ਕਿਸੇ ਨਿਹੱਥੇ ਨੂੰ ਕਤਲ ਕੀਤਾ ਹੋਵੇ, ਸਿੱਖ ਫੌਜ ਨੇ ਕਿਸੇ ਨੂੰ ਜੰਗੀ ਕੈਦੀ ਬਣਾ ਕੇ ਕਤਲ ਕੀਤਾ ਹੋਵੇ, ਜਾਂ ਸਿੱਖਾਂ ਨੇ ਹਜੂਮ ਦੇ ਰੂਪ ਦੇ ਵਿੱਚ ਕਿਸੇ ਨੂੰ ਕਤਲ ਕੀਤਾ ਹੋਵੇ। ਪਰ ਤੁਹਾਨੂੰ ਖਾਲਸਾਈ ਰਾਜ ਦੇ ਵਿੱਚ ਇੱਕ ਵੀ ਉਦਾਹਰਣ ਇਹ ਵੀ ਨਹੀਂ ਮਿਲੇਗੀ ਕਿ ਕਿਸ ਨੂੰ ਸਜ਼ਾਏ ਮੌਤ ਦਿੱਤੀ ਹੋਵੇ। ਤੇ ਸਜ਼ਾਏ ਮੌਤ ਦਿੱਤੀ ਕਿਹਨਾਂ ਨੂੰ ਗਈ? ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਬੱਸੀ ਦੇ ਪਠਾਨ ਜ਼ਬਾਰ ਖਾਨ ਨੂੰ ਦਿੱਤੀ ਗਈ ਸਜ਼ਾਏ ਮੌਤ। ਕਿਉਂ? ਦੇਵਕੀ ਦਾਸ ਬ੍ਰਾਹਮਣ ਦੀ ਬੇਟੀ ਦੀ ਪੱਤ ਲੁੱਟੀ ਸੀ। ਪੱਤ ਲੁੱਟੀ ਹੈ ਬ੍ਰਾਹਮਣ ਦੀ ਬੇਟੀ ਦੀ, ਸਜ਼ਾਏ ਮੌਤ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਹਾਕਮ ਕਦਮੂਦੀਨ ਨੂੰ ਸਜ਼ਾਏ ਮੌਤ ਦਿੱਤੀ। ਬ੍ਰਾਹਮਣ ਪਰਿਵਾਰ ਦੀ ਬੱਚੀ ਦੀ ਪੱਤ ਲੁੱਟੀ ਸੀ। ਉਸ ਤੋਂ ਬਾਅਦ ਹੋਰ ਅੱਗੇ ਆ ਜਾਈਏ, ਕਸੂਰ ਦੇ ਨਵਾਬ ਉਸਮਾਨ ਖਾਨ ਨੂੰ ਸਜ਼ਾਏ ਮੌਤ ਦਿੱਤੀ ਗਈ। ਸਰਦਾਰ ਹਰੀ ਸਿੰਘ ਭੰਗੀ ਹੋਣੀ ਤੇ ਜੱਸਾ ਸਿੰਘ ਹੋਣਾ ਨੇ ਜਾ ਕੇ ਉੱਥੇ ਹਮਲਾ ਵੀ ਕੀਤਾ, ਸਜ਼ਾਏ ਮੌਤ ਦਿੱਤੀ। ਕਿਉਂ? ਕਿਉਂਕਿ ਕਸੂਰ ਦਾ ਬ੍ਰਾਹਮਣ ਸਿੱਖਾਂ ਦੇ ਕੋਲ ਆਇਆ ਕਿ ਮੇਰੀ ਬੇਟੀ ਦੀ ਪੱਤ ਜਿਹੜੀ ਹੈ ਉਹ ਲੁੱਟੀ ਗਈ ਹੈ। ਉਸ ਤੋਂ ਬਾਅਦ ਬੋਈ ਦੇ ਪਠਾਣਾ ਨੂੰ ਮੌਤ ਦੀ ਸਜ਼ਾ ਦਿੱਤੀ ਹਰੀ ਸਿੰਘ ਨਲੂਏ ਨੇ, ਕਿਉਂਕਿ ਉੱਥੇ ਵੀ ਇੱਕ ਗਰੀਬ ਹਿੰਦੂ ਪਰਿਵਾਰ ਦੀ ਬੱਚੀ ਦੀ ਇੱਜ਼ਤ ਲੁੱਟੀ ਗਈ ਸੀ। ਅੱਜ ਜਦੋਂ ਕਿਸੇ ਪਰਿਵਾਰ ਦੀ ਬੱਚੀ ਦੀ ਇੱਜ਼ਤ ਲੁੱਟੀ ਜਾਂਦੀ ਹੈ, ਬਲਾਤਕਾਰ ਹੁੰਦਾ ਤੇ ਸਾਰੇ ਪਾਸਿਓਂ ਆਵਾਜ਼ਾਂ ਉੱਠਦੀਆਂ ਨੇ। ਇਹੀ ਆਵਾਜ਼ਾਂ ਉੱਠਦੀਆਂ ਨੇ ਕਿ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਪਰ ਇਹਦੀ ਆਰੰਭਤਾ ਜਿਹੜੀ ਹੈ ਉਹ ਸਿੱਖ ਵਿਚਾਰਧਾਰਾ ਦੇ ਵਿੱਚੋਂ ਹੋਈ ਕਿ ਜੇ ਕੋਈ ਕਿਸੇ ਮਜ਼ਲੂਮ ਦੀ, ਕਿਸੇ ਬੱਚੀ ਦੀ ਇੱਜ਼ਤ ਦੇ ਨਾਲ ਖੇਡਦਾ ਹੈ ਤੇ ਉਸ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਇਹ ਸਾਡੀ ਧਾਰਮਿਕ ਤੌਰ ਤੇ, ਰਾਜਸੀ ਤੌਰ ਤੇ ਇਹ ਪਰੰਪਰਾ ਦਾ ਹਿੱਸਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਕੁਝ ਕੀਤਾ ਹੈ ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਰਹੀਆਂ। ਪਰ ਜਦੋਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਵੇਖਦੇ ਹੋ ਤੇ ਤੁਹਾਨੂੰ ਇੱਕ ਨੀਤੀ ਨੂੰ ਸਮਝਣਾ ਪਵੇਗਾ। ਹਿੰਦੁਸਤਾਨ ਦੇ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਦੀਆਂ ਘਟਨਾਵਾਂ ਵੱਧ ਰਹੀਆਂ ਨੇ। ਹਾਥਰਸ ਦੇ ਵਿੱਚ, ਉਸ ਤੋਂ ਪਹਿਲਾਂ ਉਨਾਓ ਕਾਂਡ, ਬੱਚੀਆਂ ਦੇ ਨਾਲ ਬਲਾਤਕਾਰ ਕਰਨਾ ਤੇ ਉਸ ਤੋਂ ਬਾਅਦ ਬੜੇ ਹੀ ਜ਼ਬਰ, ਜ਼ੁਲਮ ਤੇ ਤਸ਼ੱਦਦ ਦੇ ਨਾਲ ਉਹਨਾਂ ਨੂੰ ਖਤਮ ਕਰ ਦੇਣਾ। ਆ ਤੁਹਾਡੇ ਨੇੜੇ ਵੀ ਇੱਕ ਬੱਚੀ ਦੇ ਬਾਰੇ ਘਟਨਾ ਵਾਪਰੀ ਹੈ। ਹੁਣ ਤੁਸੀਂ ਪੰਜਾਬ 'ਚ ਵਾਪਰੀ ਘਟਨਾ ਤੇ ਪੰਜਾਬ ਤੋਂ ਬਾਹਰ ਵਾਪਰੀ ਘਟਨਾ ਦਾ ਅਧਿਐਨ ਕਰਕੇ ਵੇਖੋ। ਜਦੋਂ ਉੱਥੇ ਇਹ ਵਰਤਾਰਾ ਵਾਪਰਦਾ ਹੈ, ਇੱਕ ਸਮਾਜ, ਇੱਕ ਰਾਜਨੀਤਿਕ ਪਾਰਟੀ ਦੋਸ਼ੀਆਂ ਦੇ ਹੱਕ ਦੇ ਵਿੱਚ ਆਉਂਦੀ ਹੈ, ਮੁਜ਼ਾਹਰੇ ਕਰਦੀ ਹੈ ਕਿ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਪਰ ਜਦੋਂ ਇਹੀ ਵਰਤਾਰਾ ਪੰਜਾਬ ਦੇ ਵਿੱਚ ਵਾਪਰਦਾ ਹੈ ਤੇ ਪੰਜਾਬ ਦਾ ਹਰ ਬਸ਼ਿੰਦਾ ਕਹਿੰਦਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਇਹ ਅੰਤਰ ਹੈ। ਉੱਥੇ ਦੋਸ਼ੀਆਂ ਦੇ ਹੱਕ ਦੇ ਵਿੱਚ, ਉਹਦਾ ਕਾਰਨ ਕੀ ਹੈ? ਜਿਸ ਵਿਚਾਰਧਾਰਾ ਨੂੰ ਅੱਜ ਇਸ ਦੇਸ਼ ਦੇ ਵਿੱਚ ਪ੍ਰਵਾਹਿਤ ਕੀਤਾ ਜਾ ਰਿਹਾ ਹੈ, ਉਸ ਵਿਚਾਰਧਾਰਾ ਦਾ ਨਿਰਮਾਤਾ ਵੀਰ ਸਾਵਰਕਰ, ਉਸ ਦੀ ਇੱਕ ਕਿਤਾਬ ਹੈ 6 ਗਲੋਰੀਅਸ ਇਪੋਕਸ ਆਫ ਸਿੱਖ ਹਿਸਟਰੀ, ਆਫ ਇੰਡੀਅਨ ਹਿਸਟਰੀ, ਮਾਫ ਕਰਨਾ ਮੈਂ ਸਿੱਖ ਹਿਸਟਰੀ ਕਹਿ ਗਿਆ। ਉਸ ਤੋਂ ਬਾਅਦ ਦੇ ਵਿੱਚ ਹਿੰਦੀ ਅਨੁਵਾਦ ਵੀ ਹੋਇਆ, ਭਾਰਤੀ ਇਤਿਹਾਸ ਕੇ 6 ਸਵਰਨੀय ਪ੍ਰਿਸ਼ਠ। ਉਹਦੇ ਵਿੱਚ ਇੱਕ ਗੱਲ ਕਹਿੰਦਾ ਹੈ ਕਿ ਹਿੰਦੂ ਧਰਮ ਨੇ ਧਾਰਮਿਕ ਸਹਿਨਸ਼ੀਲਤਾ ਨੂੰ ਅਪਣਾ ਕੇ ਆਪਣਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਹ ਕਹਿੰਦਾ ਹੈ ਕਿ ਬਲਾਤਕਾਰ ਇੱਕ ਹਥਿਆਰ ਹੈ ਤੇ ਹਮੇਸ਼ਾ ਹੀ ਵਿਰੋਧੀ ਦੀਆਂ ਬੱਚੀਆਂ ਦੇ ਨਾਲ, ਬੇਟੀਆਂ ਦੇ ਨਾਲ ਤੇ ਉਹਨਾਂ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਕਰਨਾ ਚਾਹੀਦਾ ਹੈ। ਹੁਣ ਤੁਸੀਂ ਵੇਖ ਲਓ ਕਿ ਜਿਸ ਸੰਸਥਾ ਦੀ ਵਿਚਾਰਧਾਰਾ ਇੱਥੇ ਟਿਕੀ ਹੈ, ਉਹਨੇ ਬਕਾਇਦਾ ਤੌਰ ਤੇ ਉਦਾਹਰਨਾਂ ਦਿੱਤੀਆਂ ਨੇ। ਉਹ ਕਹਿੰਦਾ ਕਿ ਸ਼ਿਵਾਜੀ ਮਰਾਠੇ ਨੇ ਕਲਿਆਣ ਦੇ ਸੂਬੇਦਾਰ ਨੂੰ ਫਤਿਹ ਕਰਨ ਤੋਂ ਬਾਅਦ ਉਹਦੀ ਨੌਂ ਦੇ ਨਾਲ ਬਲਾਤਕਾਰ ਕਿਉਂ ਨਹੀਂ ਕੀਤਾ? ਕਹਿੰਦਾ ਬਹੁਤ ਵੱਡੀ ਕਾਇਰਤਾ ਹੈ, ਬਲਾਤਕਾਰ ਕਰਨਾ ਚਾਹੀਦਾ ਸੀ।
ਹੁਣ ਤੁਸੀਂ ਵੇਖ ਲਓ ਕਿ ਜਿਸ ਦੇਸ਼ ਦੇ ਸਟੇਟ ਦੇ ਨਾਲ ਸੰਬੰਧਿਤ ਜਾਂ ਰਾਜਸੀ ਸੱਤਾ ਦੇ ਨਾਲ ਸੰਬੰਧਿਤ ਪਾਰਟੀ ਦੇ ਲੋਕਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਉਹਨਾਂ ਦੇ ਵਿੱਚ ਬਲਾਤਕਾਰ ਨੂੰ ਇੱਕ ਹਥਿਆਰ ਦੇ ਵਜੋਂ ਵਰਤਿਆ ਗਿਆ ਹੋਵੇ, ਤੇ ਫਿਰ ਉਸ ਦੇਸ਼ ਦੇ ਵਿੱਚ ਬੱਚੀਆਂ ਦੀ ਇੱਜ਼ਤ ਕਿਵੇਂ ਮਹਿਫੂਜ਼ ਰਹਿ ਸਕਦੀ ਹੈ? ਕਿਵੇਂ ਇੱਜ਼ਤ ਮਹਿਫੂਜ਼ ਰਹਿ ਸਕਦੀ ਹੈ? ਔਰ ਇੱਕ ਗੱਲ ਦਾ ਖਿਆਲ ਰੱਖਿਓ, ਕਿਸਾਨੀ ਸੰਘਰਸ਼ ਚੱਲ ਰਿਹਾ, ਅਸੀਂ ਇਕੱਠੇ ਕਿਉਂ ਹੋਏ? ਸਰੀਰਕ ਤੌਰ ਤੇ ਕਤਲੇਆਮ ਹੋਇਆ ਸਾਡਾ, ਅਸੀਂ ਉਦੋਂ ਵੀ ਇਕੱਠੇ ਨਹੀਂ ਹੋਏ। ਮਾਨਸਿਕ ਤੌਰ ਤੇ ਕਤਲੇਆਮ ਹੋਇਆ, ਉਦੋਂ ਵੀ ਨਹੀਂ ਇਕੱਠੇ ਹੋਏ। ਹੁਣ ਸਾਰਿਆਂ ਦੀ ਆਰਥਿਕਤਾ ਤੇ ਸੱਟ ਵੱਜੀ ਹੈ। ਜੇ ਪੰਜਾਬੀ 'ਚ ਮੈਂ ਕਹਾਂ ਤੇ ਸਾਰਿਆਂ ਦੀ ਰੋਟੀ ਦੀ ਥਾਲੀ ਦੇ ਵਿੱਚ ਆ ਕੇ ਲੱਤ ਵੱਜੀ ਹੈ। ਹੁਣ ਅਸੀਂ ਸਾਰੇ ਸੜਕਾਂ ਤੇ। ਪਰ ਖਿਆਲ ਰੱਖਿਓ, ਜਦੋਂ ਵੀ ਸਟੇਟ, ਜਦੋਂ ਵੀ ਸਰਕਾਰ ਦੇ ਕੋਲ ਇਵੇਂ ਦੀਆਂ ਪਾਲਿਸੀਆਂ ਹੁੰਦੀਆਂ ਨੇ, ਉਹਦੇ ਵਿੱਚ ਦੋ ਤੰਤਰ ਬੜੇ ਅਹਿਮ ਹੁੰਦੇ ਨੇ। ਇੱਕ ਤਾਂ ਇਹ ਜਿਹੜੇ ਵਰਤਾਰੇ ਹੁੰਦੇ ਨੇ, ਇਹ ਜਿਹੜੇ ਇਕੱਠ ਹੁੰਦੇ ਨੇ, ਇਹਨਾਂ ਨੂੰ ਹਿੰਸਾਤਮਕ ਰੂਪ ਦੇ ਕੇ ਖਤਮ ਕਰ ਦੇਣਾ, ਤੇ ਦੂਸਰੀ ਗੱਲ ਹੁੰਦੀ ਹੈ ਕਿ ਇਸ ਲਹਿਰ ਨੂੰ ਜਾਤੀਵਾਦ ਦੇ ਵਿੱਚ ਵੰਡ ਦੇਣਾ। ਹੁਣ ਦੋਵੇਂ ਹਥਿਆਰ ਜਿਹੜੇ ਨੇ ਉਹ ਵਰਤੇ ਜਾਣਗੇ। ਤੇ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਹੁੰਦੀਆਂ ਨੇ, ਜਦੋਂ ਉਹ ਨੀਤੀਆਂ ਆਮ ਆਵਾਮ ਦੇ ਉੱਪਰ ਅਸਰ ਅੰਦਾਜ਼ ਹੁੰਦੀਆਂ ਨੇ, ਤਾਂ ਕਿਤੇ ਨਾ ਕਿਤੇ ਇਹ ਜਿਹੜੀਆਂ ਲਹਿਰਾਂ ਨੇ, ਉਹਨਾਂ ਵਰਤਾਰਿਆਂ ਦੇ ਉੱਪਰ ਇਹਨਾਂ ਦਾ ਅਸਰ ਜ਼ਰੂਰ ਪੈਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਦਿਵਸ ਮਨਾਉਣ ਜਾ ਰਹੇ, ਕਿਉਂ ਹੋਣ ਦੇ ਵਿੱਚ ਆਈ? ਕੀ ਲੋੜ ਪੈ ਗਈ? ਕਿਉਂਕਿ ਜਿਸ ਗੁਰੂ ਦੀ ਗੋਦ ਦੇ ਵਿੱਚ ਤੁਸੀਂ ਬੈਠਦੇ ਹੋ, ਤੇ ਜਦੋਂ ਤੁਸੀਂ ਅਰਦਾਸ ਦੇ ਵਿੱਚ ਇਹ ਗੱਲ ਕਹਿੰਦੇ ਹੋ ਨਾ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਇਹ ਆਪਣੇ ਆਪ ਦੇ ਵਿੱਚ ਛੋਟੀ ਆਵਾਜ਼ ਨਹੀਂ ਹੈ, ਇਹ ਬਹੁਤ ਵੱਡੀ ਆਵਾਜ਼ ਹੈ। ਇਹ ਇੰਨੀ ਵੱਡੀ ਆਵਾਜ਼ ਹੈ ਕਿ 1892 ਦੇ ਵਿੱਚ ਸੈਕਟਰੀ ਆਫ ਦਾ ਸਟੇਟਸ ਜਿਹੜਾ ਸੀ, ਉਸ ਨੇ ਲੰਡਨ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਕਿ ਬੇਸ਼ੱਕ ਪੰਜਾਬ ਨੂੰ ਗੁਲਾਮ ਕਰ ਲਿਆ ਹੈ, ਪਰ ਜਿਹੜੇ ਸਿੱਖ ਸ਼ਰਾਈਨਸ ਨੇ, ਦੇ ਆਰ ਸਟੇਟ ਵਿਦਿਨ ਸਟੇਟ। ਜਿੰਨਾ ਚਿਰ ਗੁਰਦੁਆਰਿਆਂ ਦੇ ਉੱਪਰ ਅਸੀਂ ਕਾਬਜ਼ ਨਹੀਂ ਹੁੰਦੇ, ਉਹਨਾਂ ਚਿਰ ਤੱਕ ਸਿੱਖਾਂ ਨੂੰ ਗੁਲਾਮ ਨਾ ਸਮਝਿਆ ਜਾਵੇ। ਹੁਣ ਇਹੀ ਕੁਛ ਤਾਂ ਹੋ ਰਿਹਾ। ਹੁਣ ਸਾਡੇ ਗੁਰਧਾਮਾਂ ਦੇ ਉੱਪਰ ਉਹ ਲੋਕ, ਜ਼ਿਆਦਾਤਰ ਉਹ ਕਾਬਜ਼ ਨੇ ਜਿਹੜੇ ਗੁਰਮਤਿ ਦੀ ਵਿਚਾਰਧਾਰਾ ਤੋਂ ਦੂਰ ਨੇ। ਔਰ ਜਿਸ ਸਮੇਂ ਅੰਗਰੇਜ਼ਾਂ ਨੇ ਇਹਨੂੰ ਆਪਣੀ ਸਟੇਟ ਦੇ, ਇਹਨੂੰ ਆਪਣੇ ਕਾਨੂੰਨ ਦੇ ਅਧੀਨ ਲਿਆਂਦਾ, ਉਹਨਾਂ ਨੇ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਸੀ ਉਹ ਡਿਪਟੀ ਕਮਿਸ਼ਨਰ ਦੇ ਅਧੀਨ ਲਿਆਂਦਾ। ਡਿਪਟੀ ਕਮਿਸ਼ਨਰ ਨੇ ਸਰਬਰਾਹ ਥਾਪ ਦਿੱਤੇ, ਤੇ ਹਰਮੰਦਰ ਸਾਹਿਬ ਦਾ ਥਾਪਿਆ ਹੋਇਆ ਸਰਬਰਾਹ ਅਰੂੜ ਸਿੰਘ, ਉਹ ਸਰਕਾਰ ਦੀਆਂ ਨੀਤੀਆਂ ਦੇ ਉੱਪਰ ਕਿਵੇਂ ਚੱਲਦਾ ਹੈ। ਉਹ ਜਦੋਂ ਜੱਲਿਆਂਵਾਲੇ ਬਾਗ ਦਾ ਕਤਲੇਆਮ ਹੁੰਦਾ ਹੈ, ਤੇ ਜਨਰਲ ਡਾਇਰ ਨੂੰ ਸਰੋਪਾ ਦੇ ਕੇ ਨਵਾਜ਼ਦਾ ਹੈ, ਤੇ ਜਦੋਂ ਬਜ਼ਬਜ਼ ਘਾਟ ਦੇ ਉੱਪਰ ਗਦਰ ਲਹਿਰ ਦੇ ਉੱਪਰ ਜਿਹੜੇ ਸ਼ਹੀਦ ਨੇ ਵਾਪਸ ਆ ਰਹੇ ਨੇ, ਜਦੋਂ ਉਹਨਾਂ ਦੇ ਉੱਪਰ ਗੋਲੀ ਚੱਲਦੀ ਹੈ, ਤੇ ਕਹਿੰਦਾ ਦੇਸ਼ ਦੇ ਗੁਦਾਰ ਨੇ ਸਰਬੜਾ ਅਰੂੜ ਸਿੰਘ। ਇਹੀ ਨਹੀਂ, ਬਲਕਿ ਕਰਤਾਰ ਸਿੰਘ ਝੱਬਰ ਦੇ ਜੀਵਨ ਦੇ ਉੱਪਰ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਿਤਾਬ ਹੈ, ਇਹ ਵੀ ਉਹਦੇ 'ਚ ਜ਼ਿਕਰ ਆਉਂਦਾ ਹੈ ਕਿ ਅਰੂੜ ਸਿੰਘ ਦੇ 2 ਬੇਟਿਆਂ ਦੇ ਉੱਪਰ ਇੱਕ ਪਰਦੇਸੀ ਬੱਚੀ ਦੇ ਨਾਲ ਜ਼ਬਰ ਜਨਾਹ ਦਾ ਜਾਂ ਜ਼ੋਰ ਜ਼ਬਰਦਸਤੀ ਕਰਨ ਦਾ ਕੇਸ ਵੀ ਦਰਜ ਸੀ। ਇਹ ਵਰਤਾਰੇ ਕਿਉਂ ਵਾਪਰਦੇ ਨੇ ਜਿਹੜੇ ਅੱਜ ਵਾਪਰ ਰਹੇ ਨੇ? ਕਿ ਜਦੋਂ ਸਟੇਟ ਇਹ ਚਾਹੁੰਦੀ ਹੈ ਕਿ ਧਰਮਾਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾਵੇ। ਇਹੀ ਕੁਝ ਹੋਇਆ ਉਦੋਂ ਵੀ। ਔਰ ਸ਼ਾਇਦ ਮੇਰੇ ਖਿਆਲ ਦੇ ਨਾਲ ਸਿੱਖ ਇਤਿਹਾਸ ਦੇ ਵਿੱਚ ਇਹ ਪਹਿਲੀ ਘਟਨਾ ਹੋਵੇਗੀ ਜਦੋਂ ਸਿੱਖਾਂ ਨੇ ਉਸ ਸਰਬਲਾ ਦੇ ਖਿਲਾਫ ਮੋਰਚਾ ਲਾਇਆ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਹ ਸਿੱਖ ਇਤਿਹਾਸ 'ਚ ਪਹਿਲੀ ਘਟਨਾ ਹੋਵੇਗੀ ਕਿ ਅਰੂੜ ਸਿੰਘ ਦੀ ਅਰਥੀ ਫੂਕੀ ਗਈ ਹੈ, ਨਹੀਂ ਤੇ ਸਿੱਖਾਂ ਦੇ ਵਿੱਚ ਪਹਿਲਾਂ ਇਹ ਪਰੰਪਰਾ ਨਹੀਂ ਸੀ ਹੁੰਦੀ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਹਰਮੰਦਰ ਸਾਹਿਬ ਪਰਿਸਰ ਦੇ ਵਿੱਚ ਕਿਵੇਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਹੋਣਗੀਆਂ, ਕੀ ਕੁਝ ਹੁੰਦਾ ਹੋਵੇਗਾ ਕਿ ਉੱਥੋਂ ਦਾ ਜਿਹੜਾ ਪ੍ਰਬੰਧਕ ਹੈ ਉਹਦੀ ਅਰਥੀ ਸਾੜਨੀ ਪੈ ਰਹੀ ਹੈ। ਸਰਕਾਰ ਦੇ ਖਿਲਾਫ ਮੁਜ਼ਾਹਰੇ ਕੀਤੇ ਗਏ ਨੇ, ਔਰ ਇੱਥੋਂ ਤੱਕ ਕਿ ਸਿੰਘ ਸਭਾ ਤੇ ਕੁਝ ਲੋਕ ਜਿਹੜੇ ਜਾਗਰੂਕ ਸੀ, ਦਰਬਾਰ ਸਾਹਿਬ ਦੇ ਅੰਦਰ ਟਾਈਮ ਰੱਖ ਦਿੱਤਾ ਗਿਆ ਕਿ ਇਹ ਇਸ ਵਕਤ ਤੋਂ ਬਾਅਦ, ਇਸ ਵਕਤ ਤੱਕ ਅਰਦਾਸ ਕਰ ਨਹੀਂ ਜਾ ਸਕਦੀ। ਅੰਗਰੇਜ਼ਾਂ ਦੇ ਵਾਸਤੇ ਟਾਈਮ ਵੱਖਰਾ ਰੱਖ ਦਿੱਤਾ ਗਿਆ। ਹੁਣ ਕਾਰਨ ਕੀ ਸੀ? ਅੰਗਰੇਜ਼ ਚਾਹੁੰਦਾ ਸੀ ਕਿ ਸਿੱਖ ਜਿਹੜੇ ਨੇ ਇਹ ਜਾਤੀਵਾਦ ਦੇ ਵਿੱਚ ਵੰਡੇ ਜਾਣ, ਕਿਉਂਕਿ ਜਿੰਨੇ ਅਸੀਂ ਜਾਤੀਵਾਦ ਦੇ ਵਿੱਚ ਵੰਡੇ ਜਾਂਦੇ ਆ,
ਹਮੇਸ਼ਾ ਸਟੇਟ ਨੂੰ ਇਸ ਚੀਜ਼ ਦੀ ਤਾਕਤ ਮਿਲਦੀ ਹੈ, ਅਸੀਂ ਕਮਜ਼ੋਰ ਹੁੰਦੇ ਹਾਂ। ਅੰਗਰੇਜ਼ ਨੇ ਇੱਕ ਜਾਤੀਵਾਦ ਸਾਡੇ 'ਚ ਪੈਦਾ ਕੀਤਾ, ਵਿਤਕਰਾ ਪੈਦਾ ਕੀਤਾ। ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਵਿਚਾਰਧਾਰਾ ਦਿੱਤੀ ਸੀ ਨਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਉਸ ਵਿਚਾਰਧਾਰਾ ਦੇ ਬਰਾਬਰ ਦੇ ਉੱਪਰ ਉਹਨੇ ਇੱਕ ਵੱਖਰੀ ਵਿਚਾਰਧਾਰਾ ਦਿੱਤੀ ਕਿ ਸਾਡੇ 'ਚ ਜਾਤੀ ਤੌਰ ਤੇ ਵਿਤਕਰਾ ਪੈਦਾ ਕੀਤਾ, ਔਰ ਉਹ ਵਿਤਕਰਾ ਇਸ ਤਰ੍ਹਾਂ ਦਾ ਪੈਦਾ ਕੀਤਾ ਕਿ ਜਿਹੜੇ ਜ਼ਗੀਰਦਾਰ ਉਹਦੀ ਵਿਚਾਰਧਾਰਾ ਦੇ ਅਧੀਨ ਸੀ, ਉਹਨਾਂ ਨੇ ਦਲਿਤ ਵਰਗ ਦੇ ਉੱਪਰ ਇੱਕ ਵੱਖਰੀ ਕਿਨਾਰਾਕਸ਼ੀ ਕਰ ਲਈ, ਉਹਨਾਂ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ। ਤੇ ਉਸ ਦਲਿਤ ਵਰਗ ਦੇ ਉੱਪਰ ਇਹ ਪ੍ਰਭਾਵ ਪਾਇਆ ਗਿਆ ਕਿ ਇਹ ਲੋਕ ਤੁਹਾਨੂੰ ਚੰਗਾ ਨਹੀਂ ਸਮਝਦੇ, ਜੇਕਰ ਤੁਸੀਂ ਈਸਾਈ ਮਤ ਗ੍ਰਹਿਣ ਕਰੋਗੇ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਤੁਹਾਡੀ ਇੱਜ਼ਤ ਹੈ ਤੇ ਦਰਬਾਰ ਦੇ ਵਿੱਚ ਵੀ ਇੱਜ਼ਤ ਹੈ। ਇਹ ਜਿਹੜੀ ਸਿੱਖਾਂ ਦੀ ਜਾਤੀ ਆਧਾਰਿਤ ਵੰਡ ਸੀ, ਇਹਦਾ ਫਾਇਦਾ ਅੰਗਰੇਜ਼ ਨੂੰ ਪਹੁੰਚਦਾ ਸੀ। ਇਹ ਵੰਡ ਕੀਤੀ ਗਈ ਕਿਉਂਕਿ ਸਟੇਟ ਨੇ ਜੇਕਰ ਕਾਬਜ਼ ਹੋਣਾ ਹੈ, ਸਟੇਟ ਨੇ ਜੇਕਰ ਮਜ਼ਬੂਤ ਹੋਣਾ ਹੈ, ਇਹ ਵੰਡ ਕਰਨੀ ਜ਼ਰੂਰੀ ਸੀ। ਔਰ ਸਿੱਖਾਂ ਦੇ ਵਿੱਚ ਇਹ ਜਾਤੀਵਾਦ ਦਾ ਪੱਤਾ ਖੇਡਿਆ ਗਿਆ, ਹੁਣ ਵੀ ਖੇਡਿਆ ਜਾਵੇਗਾ, ਤੁਸੀਂ ਵੇਖ ਲਿਓ, ਹੁਣ ਵੀ ਖੇਡਿਆ ਜਾਵੇਗਾ। ਕਿਉਂਕਿ ਜਦੋਂ ਜਦੋਂ ਵੀ ਸਟੇਟ ਦੇ ਲੋਕ ਇਕੱਠੇ ਹੋ ਕੇ ਆਪਣੀਆਂ ਇਹਨਾਂ ਵੱਖ-ਵੱਖ ਵਿਤਕਰਿਆਂ ਦੀਆਂ ਵੰਡਾਂ ਨੂੰ ਲਾਂਭੇ ਰੱਖ ਕੇ ਆਪਣੀ ਆਰਥਿਕਤਾ ਦੇ ਖਿਲਾਫ ਇਕੱਠੇ ਹੁੰਦੇ ਨੇ, ਤੇ ਉਦੋਂ ਸਰਕਾਰ ਦੇ ਕੋਲ ਦੋ ਹੀ ਤਰੀਕੇ ਹੁੰਦੇ ਨੇ, ਜਾਂ ਤਾਂ ਉਸ ਅੰਦੋਲਨ ਨੂੰ ਹਿੰਸਾ ਦਾ ਰੂਪ ਦੇ ਕੇ ਠੱਪ ਦਿੱਤਾ ਜਾਵੇ, ਤੇ ਜਾਂ ਜਾਤੀਵਾਦ ਦਾ ਪੱਤਾ ਖੇਡ ਕੇ ਆਪਸ 'ਚ ਵੰਡ ਦਿੱਤਾ ਜਾਵੇ। ਉਸ ਵੇਲੇ ਵੀ ਇਹੀ ਕੁਝ ਹੋਇਆ। ਪਰ ਗੁਰੂ ਕੇ ਸਿੱਖ ਸੀ, ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਐਸੀ ਵਿਧ ਖੇਡੀ, ਇੱਕ ਐਸੀ ਵਿਧ ਬਣਾਈ ਕਿ ਅੱਜ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹ ਹੋਂਦ ਦੇ ਵਿੱਚ ਆ ਗਿਆ। ਪ੍ਰਬੰਧ ਸਿੱਖਾਂ ਦੇ ਹੱਥਾਂ ਦੇ ਵਿੱਚ ਆ ਗਿਆ। ਔਰ ਜਦੋਂ ਪ੍ਰਬੰਧ ਵੀ ਸਿੱਖਾਂ ਦੇ ਹੱਥਾਂ ਦੇ ਵਿੱਚ ਆਇਆ ਤਾਂ ਉਸ ਵੇਲੇ ਵੀ ਬੇਸ਼ੱਕ ਅੰਗਰੇਜ਼ ਦੀ ਦਖਲ ਅੰਦਾਜ਼ੀ ਬਹੁਤ ਰਹੀ ਆ, ਪਰ ਤੁਹਾਡੇ ਆਪਣੇ ਲੀਡਰਾਂ ਦੇ ਵਿੱਚ ਪੰਥ ਦੇ ਪ੍ਰਤੀ ਸਮਰਪਣ ਇੰਨਾ ਸੀ, ਇਕੱਠ ਇੰਨਾ ਸੀ ਕਿ ਉਹਨਾਂ ਨੇ ਉੱਥੇ ਇੱਕ ਵਧੀਆ ਜਿਹੜਾ ਪ੍ਰਬੰਧ ਸੀ ਉਹ ਕੌਮ ਦੇ ਸਾਹਮਣੇ ਸਿਰਜਿਆ। ਇਹ ਗੱਲ ਵੱਖਰੀ ਹੈ ਕਿ ਅੱਜ ਫਿਰ ਉਹ ਪ੍ਰਬੰਧ ਜਿਹੜਾ ਹੈ ਉਹ ਨਾਕਸ ਹੋ ਚੁੱਕਾ। ਅੱਜ ਫਿਰ ਉਸ ਪ੍ਰਬੰਧ ਦੇ ਵਿੱਚ ਕਮੀਆਂ ਆ ਚੁੱਕੀਆਂ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਫਿਰ ਉਹੀ ਹੋ ਰਿਹਾ ਹੈ ਕਿ ਜਦੋਂ ਵੀ ਸਟੇਟ ਦੀ ਦਖਲ ਅੰਦਾਜ਼ੀ ਹੁੰਦੀ ਹੈ ਧਾਰਮਿਕ ਪ੍ਰਬੰਧ ਦੇ ਵਿੱਚ, ਤਾਂ ਉਦੋਂ ਕਿਤੇ ਨਾ ਕਿਤੇ ਇਵੇਂ ਦੀਆਂ ਜਿਹੜੀਆਂ ਊਣਤਾਈਆਂ ਨੇ ਉਹ ਆ ਜਾਂਦੀਆਂ ਨੇ। ਅੱਜ ਇਹਨਾਂ ਸਾਰੇ ਵਰਤਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਜੇਕਰ ਅਸੀਂ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਦੇ ਉੱਪਰ ਨਾ ਚੱਲੇ, ਅਸੀਂ ਇਸੇ ਤਰ੍ਹਾਂ ਇੱਕ ਦੂਜੇ ਦੇ ਨਾਲ ਵਿਤਕਰੇਬਾਜ਼ੀ, ਜਾਤੀ ਪਰੰਪਰਾ, ਜਾਤੀ ਵੰਡ, ਜਾਤੀ ਵਿਤਕਰਾ, ਅਛੂਤਪਨ, ਇਹ ਸਭ ਕੁਝ ਜੇਕਰ ਅਸੀਂ ਆਪਣੇ ਆਪ ਦੇ ਵਿੱਚ ਬਰਕਰਾਰ ਰੱਖਿਆ ਤੇ ਸੱਚ ਜਾਣਿਓ ਜਿਹੜੀ ਸਿੱਖੀ ਦੀ ਤਾਕਤ ਹੈ ਇਹ ਵੰਡੀ ਜਾਵੇਗੀ। ਅਸੀਂ ਬਹੁਤ ਹਿੱਸਿਆਂ 'ਚ ਵੰਡੇ ਜਾਵਾਂਗੇ। ਸਾਨੂੰ ਸਭ ਤੋਂ ਪਹਿਲੀ ਲੋੜ ਤਾਂ ਇਹ ਹੈ ਕਿ ਜਿਹੜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾ, ਕਿ ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਉੱਪਰ ਉੱਠਣਾ ਪੈਣਾ ਹੈ। ਇੰਨਾ ਉੱਪਰ ਉੱਠਣਾ ਪੈਣਾ ਹੈ ਕਿ ਸਿੱਖੀ ਦੇ ਪ੍ਰਤੀ ਜਿਹੜਾ ਸਾਡਾ ਸਮਰਪਣ ਹੈ ਉਹ ਇਵੇਂ ਦਾ ਹੋਵੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਜਦੋਂ ਇਵੇਂ ਦਾ ਸਮਰਪਣ ਸਾਡੇ ਮਨ 'ਚ ਹੋਵੇਗਾ ਤੇ ਉਹ ਸ਼ਬਦ ਤੋਂ ਬਿਨਾਂ ਹੋ ਨਹੀਂ ਸਕਦਾ। ਉਹ ਸ਼ਬਦ ਗੁਰੂ ਤੋਂ ਦੂਰ ਜਾ ਕੇ ਨਹੀਂ ਤੁਸੀਂ ਸੋਚ ਸਕਦੇ ਕਦੀ ਵੀ।